जन आया जिस प्रसाद सब जगत तराया। जन आवन का यह सुआओ, जन कै संग चित आवे नाम। आप मुक्त मुक्त कर संसार। नानक तिस जन को सदा नमस्कार। मीत चलो गुर चाली गुर सिख। मीत चलो गुर चाली। मीत चलो गुर चाली गुर सिख। मीत चलो गुर चाली। मीत चलो आप जी जिन्ने भी इत्थे सत्संगी बैठे हो, मेरी हमेशा बेनती होंदी है, वैसे तो मनुख दे बारे जो सतगुरु जी दी बाणी दा उपदेश है, आयो सुनन पढ़न को बाणी। चलो असी मन लईए कि नहीं भाई, असी तो बच्चे पैदा करन आए हैं, वड्डे बिल्डिंगां दे महलां दे माड़ियां दे असी पसारे पसारन वास्ते आए हैं, वड्डे वड्डे कारोबारां दे अंपायर खड़े करन वास्ते आए हैं। पर एक गल नाल ते तुसीं जरूर सहमत होवोगे कि गुरुद्वारे तां बाणी पढ़नी आए हैं ना, तो फिर आपां इस समय नूं सफला करिए। करो सारे कृपा। मीत चलो गुर चाली गुर सिख। मीत चलो गुर चाली। मीत चलो जो गुर कहे सोई भल मानो। जो गुर कहे सोई भल मानो। जो गुर कहे हर हर कथा निराली गुर सिख। मीत चलो गुर चाली। हर हर कथा निराली गुर सिख। मीत चलो गुर चाली। गल बड़ी नहीं, क्योंकि हुंदा इसे तरह ही है। कईयां दा तो ख्याल ये हुंदा भी ज्ञानी जी जिहड़े तुहाडे कथा वाली पेटी च 10 रुपये पाई दे ने, तुहाडे बोलण वास्ते ही पाई दे ने। जे असीं बोलना है तो फिर भेटा काहदी। इस सुभाਅ नूं आपां बदलीए। सुणते पुनीत कहते पवित्र। बाणी पढ़न वाले दा मुख पवित्र हुंदा है भाई। बाणी दा जदों भी समा बने
ਸਤਿਗੁਰੂ ਦੀ ਬਾਣੀ ਪੜ੍ਹਨ ਲੱਗਿਆ ਕਦੇ ਕੰਜੂਸੀ ਨਾ ਕਰਿਆ ਕਰੋ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਪਿੰਗਲਵਾੜਾ ਸੰਸਥਾ, ਜਿਸ ਦੇ ਬਾਨੀ ਯੁੱਗ ਪੁਰਸ਼, ਸੇਵਾ ਦੇ ਮਾਰਗ ਦਰਸ਼ਕ, ਜਿਨ੍ਹਾਂ ਨੇ ਗਰੀਬਾਂ ਦੀ, ਲੋੜਵੰਦਾਂ ਦੀ, ਜਿਹੜੇ ਡਿਸੇਬਲ ਅਪਾਹਜ ਸਨ, ਭਾਵੇਂ ਉਹ ਮਾਨਸਿਕ ਰੋਗੀ ਵੀ ਕਿਉਂ ਨਹੀਂ, ਐਸੇ ਜੀਵਾਂ ਦੀ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੀ। ਅੱਜ ਸੇਵਾ ਦੇ ਪੁੰਜ ਉਸ ਮਹਾਨ ਮਹਾਂਪੁਰਖ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਮਿੱਠੀ ਯਾਦ ਵਿੱਚ ਉਹਨਾਂ ਦੀ ਹੀ ਚਲਾਈ ਹੋਈ ਇਹ ਜਿਹੜੀ ਸੰਸਥਾ ਹੈ ਪਿੰਗਲਵਾੜਾ, ਸ਼੍ਰੀ ਅੰਮ੍ਰਿਤਸਰ ਸਾਹਿਬ, ਇਸ ਸੰਸਥਾ ਦੇ ਸੇਵਾਦਾਰਾਂ ਦੇ ਉਦਮ ਸਦਕਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਜੋ ਅੱਜ ਸ਼ਾਮੀ 5 ਵਜੇ ਤੋਂ ਲੈ ਕੇ ਵਿਸ਼ੇਸ਼ ਕੀਰਤਨ ਸਮਾਗਮ ਆਰੰਭ ਹੋਇਆ ਹੈ। ਆਪ ਜੀ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਭਗਤ ਪੂਰਨ ਸਿੰਘ ਜੀ ਇੱਕ ਹਿੰਦੂ ਪਰਿਵਾਰ ਵਿੱਚ, ਜਿਹੜਾ ਸਨਾਤਨ ਮਤ ਨੂੰ ਮੰਨਣ ਵਾਲਾ ਪਰਿਵਾਰ ਹੈ, ਉਸ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਨੇ। ਲੁਧਿਆਣੇ ਜਾਂਦੇ ਨੇ, ਇੱਕ ਮੰਦਿਰ ਦੇ ਵਿੱਚ ਸੇਵਾ ਹੁੰਦੀ ਹੈ, ਉੱਥੇ ਸੇਵਾ ਸਫਾਈ ਦੇ ਵਿੱਚ ਆਪਣਾ ਸਮਾਂ ਗੁਜ਼ਾਰਦੇ ਨੇ। ਪਰ ਜਦੋਂ ਲੰਗਰ ਭੋਜਨ ਛਕਣ ਦਾ ਸਮਾਂ ਆਉਂਦਾ ਹੈ, ਆਪ ਜੀ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਹੈ। ਫਿਰ ਜਦੋਂ ਆਪਣੇ ਵਾਪਸ ਨਗਰ ਨੂੰ ਆਉਂਦੇ ਨੇ ਤਾਂ ਉਹਨਾਂ ਨੂੰ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ। ਇੱਥੋਂ ਤੱਕ ਵੀ ਦੱਸਿਆ ਜਾਂਦਾ ਹੈ ਕਿ ਇੱਕ ਸਮਾਂ ਐਸਾ ਵੀ ਆਇਆ ਫਤਿਹਗੜ੍ਹ ਸਾਹਿਬ ਕਿ ਜਦੋਂ ਉਹਨਾਂ ਨੇ ਪੰਗਤ ਦੇ ਵਿੱਚ ਆਪਣੇ ਨਾਲ ਬੈਠੇ ਉਸ ਵਕਤ ਦੇ ਕਿਸੇ ਵਿਸ਼ੇਸ਼ ਵਿਅਕਤੀ ਨੂੰ ਜਦੋਂ ਲੰਗਰ ਛਕਦਿਆਂ ਵੇਖਿਆ ਤੇ ਮਨ ਇਤਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਨੇ ਸਿੱਖ ਧਰਮ ਧਾਰਨ ਕਰ ਲਿਆ, ਸਿੱਖ ਬਣ ਗਏ। ਔਰ ਕੇਵਲ ਸਿੱਖ ਬਣੇ ਨਹੀਂ, ਫਿਰ ਐਸੇ ਸਿੱਖੀ ਨੂੰ ਪਰਨਾਏ ਗਏ ਕਿ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਜੀ ਤੋਂ ਉਹਨਾਂ ਨੇ ਇਹ ਅਪਾਹਜ ਜਾਂ ਡਿਸੇਬਲ, ਜਾਂ ਜਿਹਨੂੰ ਸ਼ਾਇਦ ਮੇਰਾ ਖਿਆਲ ਹੈ ਕਿ ਜਦੋਂ ਅਸੀਂ ਬੋਲਦੇ ਹਾਂ, ਸ਼ਾਇਦ ਉਸ ਕੈਟਾਗਰੀ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਮਨਾਂ ਨੂੰ ਦੁੱਖ ਵੀ ਹੁੰਦਾ ਹੋਵੇ, ਪਰ ਸ਼ਬਦ ਇਹ ਆਮ ਪਹਿਲਾਂ ਬੋਲਿਆ ਜਾਂਦਾ ਸੀ ਕਿ ਲੂਲੇ ਵੀ, ਲੰਗੜੇ ਵੀ, ਅਪਾਹਜ ਵੀ, ਈਵਨ ਮਾਨਸਿਕ ਰੋਗੀ ਵੀ। ਜਿਹੜੇ ਇਸ ਤਰ੍ਹਾਂ ਦੇ ਦੁਖੀ ਜੀਵ ਹੁੰਦੇ ਸਨ,
ਭਗਤ ਪੂਰਨ ਸਿੰਘ ਨੇ ਉਹਨਾਂ ਦੀ ਸੇਵਾ ਨੂੰ ਆਪਣੀ ਝੋਲੀ ਵਿੱਚ ਪਵਾਇਆ। ਇੱਕ ਛੋਟਾ ਜਿਹਾ ਬੱਚਾ ਜਿਹਦਾ ਨਾਮ ਭਾਈ ਪਿਆਰਾ ਸਿੰਘ ਹੈ, ਉਹਨਾਂ ਨੇ ਆਪਣਾ ਪੁੱਤਰ ਕਰਕੇ, ਜਿਵੇਂ ਅਸੀਂ ਬੱਚਾ ਗੋਦ ਲੈਂਦੇ ਆ, ਉਹ ਵੀ ਅਪਾਹਜ ਸੀ, ਉਹ ਵੀ ਡਿਸੇਬਲ ਸੀ। ਉਸ ਬੱਚੇ ਨੂੰ ਗੋਦ ਲਿਆ, ਆਖਿਆ ਕਿ ਮੈਂ ਇਹਦੀ ਮਾਂ ਬਣ ਕੇ ਇਹਦੀ ਪ੍ਰਤਪਾਲਣਾ ਕਰਾਂਗਾ। ਔਰ ਇੰਨੀਆਂ ਵੱਡੀਆਂ ਸੇਵਾਵਾਂ ਉਹਨਾਂ ਨੇ ਨਿਭਾਈਆਂ। ਔਰ ਅੱਜ ਵੀ ਉਹ ਸੰਸਥਾ, ਉਹ ਲਾਇਆ ਹੋਇਆ ਉਹਨਾਂ ਦਾ ਬੂਟਾ ਜਿਹੜਾ ਹੈ ਪਿੰਗਲਵਾੜੇ ਦੇ ਨਾਮ ਤੋਂ, ਉਹ ਇੱਕ ਬਹੁਤ ਵੱਡਾ ਰੁੱਖ ਬਣ ਚੁੱਕਾ ਹੈ। ਪਰ ਜਿਸ ਤਰ੍ਹਾਂ ਜਦੋਂ ਤੋਂ ਸਿੱਖੀ ਦਾ ਆਗਾਜ਼ ਹੋਇਆ ਔਰ ਅੱਜ ਦੀ ਡੇਟ ਤੱਕ, ਅੱਜ ਦੀ ਤਰੀਕ ਹੁਣ ਤੱਕ, ਸ਼ਾਇਦ ਇਹ ਗੱਲ ਆਪ ਜੀ ਸਮਝ ਚੁੱਕੇ ਹੋਵੋਗੇ ਜਾਂ ਸਮਾਂ ਪਾ ਕੇ ਹੋ ਸਕਦਾ ਹੈ ਵਕਤ ਦੇ ਥਪੇੜੇ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਜਣਾ ਦੇਣ ਕਿ ਕਿਸੇ ਵੀ ਵਿਅਕਤੀ ਦਾ ਸਿੱਖ ਹੋਣਾ ਆਪਣੇ ਆਪ ਦੇ ਵਿੱਚ, ਵਕਤ ਕੋਈ ਵੀ ਹੋਵੇ, ਹਕੂਮਤ ਕੋਈ ਵੀ ਹੋਵੇ, ਇਹ ਇੱਕ ਵੱਡਾ ਗੁਨਾਹ ਸਾਬਤ ਹੋਇਆ ਕਿ ਜਦੋਂ ਵੀ ਕਿਸੇ ਸਿੱਖ ਨੇ ਇਹ ਕਹਿਣ ਦਾ ਯਤਨ ਕੀਤਾ ਕਿ ਮੈਂ ਪਹਿਲਾ ਸਿੱਖ ਹਾਂ, ਤੇ ਉਹਨੂੰ ਵਕਤ ਦੀਆਂ ਸਰਕਾਰਾਂ ਨੇ ਕਦੇ ਪ੍ਰਵਾਨ ਨਹੀਂ ਕੀਤਾ। ਭਗਤ ਪੂਰਨ ਸਿੰਘ ਜੀ ਨੂੰ ਵੀ ਜਿਵੇਂ ਸੰਸਾਰ ਨੂੰ ਪਦਮ ਸ਼੍ਰੀ ਮਿਲਦੇ ਨੇ, ਪਦਮ ਵਿਭੂਸ਼ਣ ਮਿਲਦੇ ਨੇ, ਇਹ ਸਨਮਾਨ ਭਗਤ ਪੂਰਨ ਸਿੰਘ ਜੀ ਨੂੰ ਵੀ ਮਿਲਿਆ। ਪਰ ਜਦੋਂ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੇ ਉਸ ਵਕਤ ਦੀ ਸਰਕਾਰ ਹਮਲਾ ਕਰਦੀ ਹੈ, ਤੇ ਭਗਤ ਜੀ ਨੇ ਉਹ ਦਿੱਤਾ ਹੋਇਆ ਸਨਮਾਨ ਵਾਪਸ ਕਰ ਦਿੱਤਾ। ਕਹਿਣ ਲੱਗੇ ਮੈਨੂੰ ਨਹੀਂ ਚਾਹੀਦਾ। ਜਿਹੜੇ ਲੋਕ ਮੇਰੇ ਗੁਰੂ ਦੇ ਅਸਥਾਨ ਦਾ ਅਦਬ ਨਹੀਂ ਕਰਦੇ, ਮੈਨੂੰ ਉਹਨਾਂ ਦੀ ਕੋਈ ਖਿਲਤ, ਮੈਨੂੰ ਉਹਨਾਂ ਦੀ ਕੋਈ ਦਿੱਤੀ ਇੱਜ਼ਤ ਮੈਨੂੰ ਪ੍ਰਵਾਨ ਨਹੀਂ ਹੈ। ਬਸ ਫਿਰ ਕੀ ਸੀ। 1984 ਤੋਂ ਲੈ ਕੇ ਅੱਜ 25ਵੀਂ ਬਰਸੀ ਹੈ ਉਹਨਾਂ ਦੀ। ਅੱਜ ਤੋਂ 25 ਸਾਲ ਆਪਾਂ ਪਿੱਛੇ ਚਲੇ ਜਾਈਏ ਤੇ ਸੱਚ ਇਹ ਹੈ ਕਿ ਮੁੜ ਕੇ ਕਦੇ ਵਕਤ ਦੀ ਹਕੂਮਤ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਉਜਾਗਰ ਨਹੀਂ ਹੋਣ ਦਿੱਤਾ। ਅੱਜ ਵੀ ਤੁਸੀਂ ਵੇਖੋਗੇ ਬੜੇ ਸਾਰੇ ਜਿਹੜੇ ਪ੍ਰੋ ਸਰਕਾਰ ਹੋ ਜਾਂਦੇ ਨੇ। ਤੁਸੀਂ ਕਈ ਵਾਰੀ ਨਾ ਕਿਸੇ ਦਾ ਵਿਜ਼ਿਟਿੰਗ ਕਾਰਡ ਪਕੜੋ ਤੇ ਤੁਸੀਂ ਵੇਖੋਗੇ ਕਿ ਉਹਨਾਂ ਨੇ ਆਪਣੀ ਸੰਸਥਾ ਦੇ ਮਗਰ ਇੱਕ ਵਰਡ ਲਿਖਿਆ ਹੁੰਦਾ ਹੈ, ਰਜਿਸਟਰਡ। ਪੁੱਛੋ ਵੀ ਕਿਸੇ ਮਹਾਂਪੁਰਖ ਨੂੰ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਹੋਣ ਦੀ ਕੀ ਲੋੜ ਹੈ। ਪਰ ਅੱਜ ਵੀ ਸੱਚ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜਦੋਂ ਅਸੀਂ ਸ਼ਹਾਦਤ ਦਾ ਇਤਿਹਾਸ ਪੜ੍ਹਦੇ ਹਾਂ, ਉਹਦੇ ਵਿੱਚ ਵੀ ਪੀਲੂ, ਕਾन्हा, ਛੱਜੂ, ਸ਼ਾਹ ਹੁਸੈਨ ਵਰਗੇ ਉਹ ਲੋਕ ਜਿਹੜੇ ਪ੍ਰੋ ਸਰਕਾਰੀ ਸਨ, ਉਹਨਾਂ ਦੇ ਕੋਲ ਸਾਰੇ ਹੱਕ ਹਕੂਕ ਸਨ। ਜਿਹੜਾ ਕਾन्हा ਸੀ, ਜਦੋਂ ਉਹਨੂੰ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੇ ਆਖਿਆ ਸੀ ਕਿ ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ, ਤੇ ਉਹ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਕਹਿੰਦਾ ਸੀ, ਅਰਜਨ ਮੈਨੂੰ ਲਾਹੌਰ ਪਹੁੰਚ ਲੈਣ ਦੇ, ਮੈਂ ਦੱਸਾਂਗਾ ਤੈਨੂੰ ਕਿ ਇਹ ਗ੍ਰੰਥ ਕਿਵੇਂ ਪੂਰਾ ਹੁੰਦਾ ਹੈ, ਇਹ ਕਿਵੇਂ ਲਿਖਿਆ ਜਾ ਸਕਦਾ ਹੈ, ਇਹ ਕਿਵੇਂ ਮੁਕੰਮਲ ਹੋਵੇਗਾ। ਪਰ ਨਰ ਚਾਹਤ ਕਾ ਸ਼ੌਰ ਔਰੇ ਕੀ ਔਰੇ ਭਈ, ਰਸਤੇ ਵਿੱਚ ਹੀ ਉਹਦੀ ਘੋੜੀ ਐਸੀ ਡਰੀ, ਉਹ ਭੱਜਦੀ ਹੈ, ਇਹ ਘੋੜੇ ਦੀ ਕਾਠੀ ਤੋਂ ਡਿੱਗ ਪੈਂਦਾ ਹੈ, ਪੈਰ ਇਹਦਾ ਘੋੜੇ ਦੀ ਰਕਾਬ ਦੇ ਵਿੱਚ ਫਸਿਆ ਰਹਿ ਜਾਂਦਾ ਹੈ, ਤੇ ਇਹਦੀ ਆਪਣੀ ਘੋੜੀ ਨੇ ਧੂ ਧੂ ਕੇ ਇਸ ਨੂੰ ਮਾਰ ਦਿੱਤਾ।
ਇਹ ਲਾਹੌਰ ਪਹੁੰਚ ਹੀ ਨਹੀਂ ਪਾਇਆ। ਇਹ ਸੁਲਹੀ ਪਠਾਨ ਵਾਂਗ ਮੰਦਾ ਚਿਤਵਤ ਚਿਤਵਤ ਪਚਿਆ। ਇਹ ਮਾੜਾ ਸੋਚਦਾ ਸੋਚਦਾ ਰਾਹ ਵਿੱਚ ਹੀ ਰਹਿ ਗਿਆ। ਫਿਰ ਭਾਈ ਸ਼ਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਦਾ ਇਹੀ ਕਸੂਰ ਸੀ ਕਿ ਉਹਨਾਂ ਨੇ ਇਹ ਸਾਬਤ ਕੀਤਾ, ਨਹੀਂ ਤਾਂ ਉਹ ਤਾਂ ਹਕੂਮਤ ਦੇ ਬੜੇ ਨੇੜੇ ਸਨ। ਜਦੋਂ ਉਹਨਾਂ ਦਾ ਇਹ ਔਗਣ ਸਾਬਤ ਹੋ ਗਿਆ ਵਕਤ ਦੀ ਹਕੂਮਤ ਦੇ ਮੁਤਾਬਕ ਕਿ ਤੇ ਪੱਕੇ ਸਿੱਖ ਨੇ, ਚਰਖੜੀਆਂ ਤੇ ਚੜਾ ਦਿੱਤੇ ਗਏ। ਜਿਸ ਤਰੀਕੇ ਨਾਲ ਗੌਰਮੈਂਟ ਨੇ, ਸਰਕਾਰ ਨੇ, ਮੈਂ ਉਸ ਔਰਤ ਦੀ ਕਰਨੀ ਤੇ ਕਿੰਤੂ ਕਰਾਂ, ਮੈਨੂੰ ਕੋਈ ਹੱਕ ਨਹੀਂ ਗੁਰੂ ਦੀ ਹਜ਼ੂਰੀ ਵਿੱਚ। ਮਦਰ ਟਰੇਜ਼ਾ, ਬੜੀ ਸੇਵਾ ਕੀਤੀ ਉਹਨੇ ਮਾਨਵਤਾ ਦੀ, ਮਨੁੱਖਤਾ ਦੀ। ਪਰ ਜਿਸ ਤਰੀਕੇ ਨਾਲ ਸਰਕਾਰ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਹੈ, ਭਗਤ ਪੂਰਨ ਸਿੰਘ ਨੂੰ ਮੁੜ ਕੇ ਕਿਸੇ ਨੇ ਨਹੀਂ ਕੀਤਾ। ਸੇਵਾ ਕੀਤੀ ਹੈ ਮਦਰ ਟਰੇਜ਼ਾ ਨੇ, ਜੋ ਸੇਵਾ ਕੀਤੀ ਉਹਦੀ ਸੇਵਾ ਨੂੰ ਨਮਸਕਾਰ ਹੈ। ਉਹਦੀਆਂ ਸੇਵਾਵਾਂ ਦੇ ਪ੍ਰਤੀ ਮੈਂ ਕਿੰਤੂ ਪਰੰਤੂ ਕਰਾਂ, ਮੈਨੂੰ ਕੋਈ ਹੱਕ ਨਹੀਂ, ਕਿਉਂਕਿ ਮੈਂ ਖੁਦ ਮੰਨਦਾ ਕਿ ਉਹਨਾਂ ਨੇ ਮਾਨਵਤਾ ਦੀ, ਮਨੁੱਖਤਾ ਦੀ ਸੇਵਾ ਕੀਤੀ ਹੈ। ਪਰ ਕਿਉਂਕਿ ਉਹ ਸਰਕਾਰ ਦੇ ਹੱਕ ਵਿੱਚ ਸਨ, ਉਹਨਾਂ ਨੂੰ ਸਾਰਾ ਮੀਡੀਆ ਪ੍ਰੋਵਾਈਡ ਕੀਤਾ ਗਿਆ, ਉਹਨਾਂ ਨੂੰ ਹਰ ਫਰੰਟ ਦੇ ਉੱਪਰ ਲੈ ਕੇ ਆਂਦਾ ਗਿਆ। ਪਰ ਭਗਤ ਪੂਰਨ ਸਿੰਘ ਜੀ ਨੂੰ ਉਹ ਥਾਂ ਨਹੀਂ ਦਿੱਤੀ ਗਈ। ਪਰ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ, ਜੇ ਅਸੀਂ ਭਗਤ ਪੂਰਨ ਸਿੰਘ ਜੀ ਦੀ ਮਾਨਸਿਕਤਾ ਨੂੰ ਪੜ੍ਹੀਏ, ਉਹ ਇਹਨਾਂ ਚੀਜ਼ਾਂ ਦੇ ਮੁਹਤਾਜ ਨਹੀਂ ਸਨ। ਉਹ ਇਸ ਰਸਤੇ ਦੇ ਪਾਂਧੀ ਹੀ ਨਹੀਂ ਸਨ। ਨਹੀਂ ਤਾਂ ਜਿੱਡੀ ਵੱਡੀ ਉਹਨਾਂ ਦੀ ਘਾਲਣਾ ਹੈ, ਜਿੰਨਾ ਵੱਡਾ ਉਹਨਾਂ ਨੇ ਗੁਰਸਿੱਖੀ ਦੇ ਵਿੱਚ ਰਹਿ ਕੇ ਉਹਨਾਂ ਨੇ ਇਹ ਸੇਵਾ ਦਾ ਕਾਰਜ ਕੀਤਾ ਹੈ। ਸਰਕਾਰਾਂ ਖੁਦ ਚਾਹੁੰਦੀਆਂ ਸਨ ਕਿ ਇਹੋ ਜਿਹਾ ਵਿਅਕਤੀ ਸਾਨੂੰ ਜਿਹੜਾ ਸਿੱਖ ਧਰਮ ਦੇ ਵਿੱਚ ਹੋਵੇ। ਅਸੀਂ ਉਹਦੇ ਨਾਲ ਆਪਣੀ ਸਾਂਝ ਕਰੀਏ। ਅਬਦੁਲ ਸਤਾਰ ਜੀਦੀ ਪਾਕਿਸਤਾਨ ਵਾਲੇ, ਮਦਰ ਟਰੇਜ਼ਾ ਕਲਕੱਤੇ ਵਾਲੀ ਤੇ ਭਗਤ ਪੂਰਨ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਇਹ ਤਕਰੀਬਨ ਆਪਸ ਵਿੱਚ ਸਮਕਾਲੀ ਹੋਏ ਨੇ। ਅਬਦੁਲ ਸਤਾਰ ਸਾਹਿਬ ਜੀ ਨੂੰ ਵੀ ਪਾਕਿਸਤਾਨ ਦੇ ਵਿੱਚ ਬੜੀਆਂ ਕੀਮਤਾਂ ਦੇਣੀਆਂ ਪਈਆਂ। ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੱਕ ਉਹ ਸੰਸਾਰ ਤੋਂ ਜਾਂਦੇ ਨੇ, ਉਹਨਾਂ ਦੇ ਕੋਲ ਆਪਣੀਆਂ 에ਅਰ ਐਂਬੂਲੈਂਸ ਹਨ, ਕਿਉਂਕਿ ਉਹਨਾਂ ਨੂੰ ਇਸਲਾਮ ਨੇ ਚੁੱਕ ਲਿਆ। ਸਾਡੀ ਤੇ ਹਾਲਤ ਇਹ ਹੈ ਕਿ ਜਿੰਨਾ ਵਾਤਾਵਰਣ ਤੇ ਭਗਤ ਪੂਰਨ ਸਿੰਘ ਜੀ ਬੋਲੇ, ਇਨਵਾਇਰਮੈਂਟ ਤੇ, ਮੈਨੂੰ ਖੁਦ ਪਤਾ ਹੈ ਕਿ ਜਦੋਂ ਉਹਨਾਂ ਦੀਆਂ ਲਿਖਤਾਂ ਆਉਂਦੀਆਂ ਸੀ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੇ ਪੈਂਫਲੇਟ ਆਉਂਦੇ ਸੀ, ਉਹਨਾਂ ਦੇ ਲਿਖੇ ਇਸ਼ਤਿਹਾਰ ਆਉਂਦੇ ਸੀ, ਤੇ ਬਹੁਤੇ ਸਾਡੇ ਸਿੱਖ ਹੀ ਕਹਿੰਦੇ ਸੀ ਵੀ ਇਹ ਤੇ ਪਾਗਲ ਹੋ ਗਿਆ ਪੂਰਨ ਸਿੰਘ, ਇਹ ਤੇ ਕਮਲਾ ਹੋ ਗਿਆ। ਕਿਉਂਕਿ ਅਸੀਂ ਵਾਤਾਵਰਣ ਪ੍ਰੇਮੀ ਬਣ ਹੀ ਨਹੀਂ ਸਕੇ। ਇਹ ਤਾਂ ਅਸੀਂ ਚਾਹੁੰਦੇ ਆ ਕਿ ਬਰਸਾਤ ਜ਼ਿਆਦਾ ਪਵੇ, ਆਬੋ ਹਵਾ ਬਹੁਤ ਅੱਛੀ ਹੋਵੇ, ਪਰ ਭਾਈ ਕਾਹਦੇ ਨਾਲ? ਇੰਡਸਟਰੀ ਨਾਲ ਤਾਂ ਨਹੀਂ ਹੋਏਗੀ। ਇੰਡਸਟਰੀ ਨਾਲ ਤੇ ਤੁਸੀਂ ਪੈਸਾ ਪੈਦਾ ਕਰ ਸਕਦੇ ਹੋ, ਪਰ ਜ਼ਿੰਦਗੀ ਜਿਉਣ ਵਾਸਤੇ ਹਮ ਆਦਮੀ ਹਾਂ ਇੱਕਦਮ ਹੀ। ਅਸੀਂ ਆਦਮੀ ਪੈਸੇ ਕਰਕੇ ਨਹੀਂ ਆ। ਪੈਸੇ ਕਰਕੇ ਤਾਂ ਲੋਕ ਅਮੀਰ ਮਰ ਜਾਂਦੇ ਨੇ। ਪੈਸਾ ਫੜ ਕੇ ਘਰ ਵਾਲੇ ਖਲੋਤੇ ਰਹਿੰਦੇ ਨੇ, ਡਾਕਟਰ ਜਵਾਬ ਦੇ ਦਿੰਦਾ। ਸਾਡੀ ਜ਼ਿੰਦਗੀ ਸਵਾਸਾਂ ਤੇ ਟਿਕੀ ਹੋਈ ਹੈ, ਤੇ ਜਿਹੜੀ ਸਾਨੂੰ ਆਕਸੀਜਨ ਚਾਹੀਦੀ ਹੈ ਉਹ ਸਿਰਫ ਕੇਵਲ ਤੇ ਕੇਵਲ
ਸਾਨੂੰ ਇਸ ਕੁਦਰਤ ਵਿੱਚੋਂ ਪ੍ਰਾਪਤ ਹੋਣੀ ਸੀ। ਜਿਸ ਕੁਦਰਤ ਨੂੰ ਪਿਆਰ ਕਰਨ ਦੀ ਗੱਲ ਗੁਰੂ ਨਾਨਕ ਦੇ ਪਿਤਾ ਮਹਾਰਾਜ ਸਾਡੀ ਝੋਲੀ ਵਿੱਚ ਪਾ ਕੇ ਗਏ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਜਿਹੜੇ ਵਾਤਾਵਰਣ ਦੇ ਪ੍ਰੇਮੀ ਨੇ ਉਹ ਸੰਸਾਰ ਪੱਧਰ ਤੇ ਸਤਿਗੁਰੂ ਦੀ ਇਸ ਬਾਣੀ ਨੂੰ ਸਲੋਗਨ ਬਣਾ ਕੇ ਉਹ ਇਸ ਵਾਤਾਵਰਣ ਪ੍ਰੇਮੀ ਲੋਕ ਇਸ ਉਦਮ ਦੇ ਵਿੱਚ ਲੱਗੇ ਹੋਏ ਨੇ। ਮੈਂ ਅੱਜ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜਿਹੀ ਸੰਸਥਾ ਜਿਹੜੀ ਪਿੰਗਲਵਾੜੇ ਵਰਗੀ ਸੰਸਥਾ ਹੈ, ਇਹੋ ਜਿਹੀਆਂ ਸੰਸਥਾਵਾਂ ਸਾਨੂੰ ਸੰਭਾਲਣ ਦੀ ਲੋੜ ਹੈ। ਬਣਾ ਗਏ ਭਗਤ ਪੂਰਨ ਸਿੰਘ ਜੀ। ਵੇਖੋ, ਨੁਕਤਾਚੀਨੀ ਕਰਨੀ ਕੋਈ ਬਹੁਤੀ ਔਖੀ ਨਹੀਂ ਹੈ, ਪਰ ਸਾਡਾ ਸੁਭਾਅ ਕੀ ਹੈ? ਸਾਡਾ ਸੁਭਾਅ ਇਹ ਹੈ ਕਿ ਅਸੀਂ ਕੇਵਲ ਔਗਣ ਇਕੱਠੇ ਕਰਦੇ ਹਾਂ। ਪਿਛਲੇ ਸਮੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਈ। ਮੈਂ ਉਦੋਂ ਵੀ ਬੇਨਤੀ ਕੀਤੀ ਸੀ, ਇੱਕੋ ਹੀ ਰਾਜਾ ਹੈ ਜਿਹਦੀ ਬਰਸੀ ਪੰਥ ਮਨਾਉਂਦਾ ਹੈ, ਪਰ ਉਹਨਾਂ ਦੇ ਨੁਕਸ ਕੱਢਣ ਵਾਲਿਆਂ ਦੀ ਵੀ ਸਦਕੇ ਜਾਈਏ, ਵਾਰੇ ਵਾਰੇ ਜਾਈਏ ਉਹਨਾਂ ਤੋਂ। ਉਹ ਇੱਕ ਰਾਜਾ ਸੀ ਭਾਈ, ਉਹਦੇ ਵਿੱਚ ਸੈਂਕੜੇ ਦੋਸ਼ ਹੋਣਗੇ, ਪਰ ਜੋ ਪ੍ਰੇਮ, ਜੋ ਪਿਆਰ ਉਹਨੇ ਆਪਣਾ ਗੁਰੂ ਘਰ ਦੇ ਨਾਲ ਜਤਾਇਆ ਹੈ, ਅੱਜ ਸਾਡੇ ਗੁਰਸਿੱਖਾਂ ਵਿੱਚ ਕਿੰਨੇ ਬੰਦੇ ਅਰਬ ਖਰਬਪਤੀ ਬੰਦੇ ਨੇ, ਪਰ ਕੋਈ ਹੈ ਜਿਹਦੇ ਮਨ ਵਿੱਚ ਇਹ ਚਾਉ ਪੈਦਾ ਹੋਵੇ ਕਿ ਮੈਂ ਸਤਿਗੁਰੂ ਦੇ ਘਰ ਦੀਆਂ ਸੇਵਾਵਾਂ ਨਿਭਾਉਣੀਆਂ ਨੇ। ਇਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਕਿ ਜੇ ਨਨਕਾਣਾ ਸਾਹਿਬ ਜਾਂਦਾ ਹੈ, ਜੇ ਉੱਥੋਂ ਦੇ ਜਾ ਕੇ ਪੁਜਾਰੀ ਸਾਹਿਬ ਨੂੰ ਪੁੱਛਦਾ ਹੈ ਕਿ ਇੱਥੇ ਚੰਗੀਆਂ ਸੇਵਾਵਾਂ ਕਿਉਂ ਨਹੀਂ, ਇੱਥੇ ਅੰਧੇਰਾ ਕਿਉਂ ਹੈ? ਆ ਜਿਹੜੀ ਬਿਜਲੀ ਹੈ ਨਾ, ਇਹ ਤੇ ਹਰਮੰਦਰ ਸਾਹਿਬ ਦੇ ਵਿੱਚ ਵੀ 1930 ਵਿੱਚ ਆਈ ਹੈ, ਇਹ ਚੇਤਾ ਰੱਖਣਾ। 1930 ਵਿੱਚ ਬਟਵਾਰਾ 1947 ਵਿੱਚ ਹੁੰਦਾ ਹੈ। ਆ ਹਿੰਦੁਸਤਾਨ ਪਾਕਿਸਤਾਨ ਵੰਡਣ ਤੋਂ 17 ਸਾਲ ਪਹਿਲਾਂ, ਤੇ ਪੁਜਾਰੀ ਸਾਹਿਬ ਨੇ ਕਿਹਾ ਵੀ ਇੱਥੇ ਇੰਨੀ ਆਮਦਨੀ ਨਹੀਂ, ਤੇ ਉਹਨੂੰ ਆਪਣੀ ਘੋੜੀ ਦੇ ਦਿੱਤੀ। ਕਹਿਣ ਲੱਗੇ ਪੁਜਾਰੀ ਸਾਹਿਬ, ਜਿੰਨੇ ਇਲਾਕੇ ਵਿੱਚ ਘੋੜੀ ਘੁੰਮ ਆਏਗੀ ਉਹ ਧਰਤੀ ਮੇਰੇ ਗੁਰੂ ਨਾਨਕ ਦੀ ਹੋਏਗੀ। ਅੱਜ ਉਹ ਤਕਰੀਬਨ 5000 ਏਕੜ ਜ਼ਮੀਨ ਹੈ। ਜੇ ਅੱਜ ਤੁਸੀਂ ਇੱਥੇ ਆਪਣੀ ਹਿੱਕ ਥਾਪੜ ਕੇ ਕਹਿੰਦੇ ਹੋ ਕਿ ਇੰਡੀਆ ਗੇਟ ਤੇ ਪਾਰਲੀਮੈਂਟ ਸਾਡੀ ਹੈ, ਤੇ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈ। ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਜ਼ਮੀਨ ਹੈ। ਜਦੋਂ ਗੌਰਮੈਂਟ ਨੇ ਇਹ ਜ਼ਮੀਨ ਅਕਵਾਇਰ ਕੀਤੀ ਹੈ, ਉਸ ਵੇਲੇ ਮੰਨ ਗਏ ਉਸ ਵਕਤ ਦੇ ਸਿੱਖ, ਜਦੋਂ ਅੰਗਰੇਜ਼ਾਂ ਨੇ ਸਾਰਾ ਕੁਝ ਕੀਤਾ ਹੈ। ਇਹ ਜ਼ਮੀਨ ਅੱਜ ਵੀ ਹਰਿਆਣੇ ਦੇ ਵਿੱਚ ਫਤਿਆਬਾਦ ਡਿਸਟ੍ਰਿਕਟ ਹੈ, ਉਹਦੇ ਲਾਗੇ ਪਿੰਡ ਹੈ ਬੀਗੜ। ਅੱਜ ਵੀ ਉੱਥੇ ਹਰਿਆਣੇ ਵਿੱਚ ਜ਼ਮੀਨ ਅੱਜ ਵੀ ਮੌਜੂਦ ਹੈ, ਉਹ ਦਿੱਲੀ ਕਮੇਟੀ ਦੀ ਮਲਕੀਅਤ ਹੈ। ਪਰ ਇਹ ਜਗੀਰਾਂ ਗੁਰਦੁਆਰਿਆਂ ਦੇ ਨਾਮ ਨਾਲ ਕਿਸ ਨੇ ਲਾਈਆਂ? ਹੁਣ ਤੇ ਹੈਰਾਨੀ ਹੁੰਦੀ ਹੈ, ਜਿਹੜਾ ਉੱਠਦਾ ਹੈ ਉਹ ਜੀ ਗੁਰਦੁਆਰੇ ਸੋਨਾ ਲਾਈ ਜਾਂਦੇ ਨੇ। ਤੂੰ ਆਪਣੇ ਧੀ ਪੁੱਤਰ ਦੇ ਵਿਆਹ ਤੇ 5 ਕਰੋੜ ਲਾ ਦੇਵੇਂ ਤੇ ਤੈਨੂੰ ਗੁਰਦੁਆਰੇ ਦੇ 2-4 ਕਰੋੜ ਦੇ ਸੋਨੇ ਤੋਂ ਦੁੱਖ ਪਹੁੰਚਦਾ ਤੈਨੂੰ ਬਈ। ਜਿੰਨੇ ਪੈਸੇ ਨੱਚਣ ਗਾਉਣ ਵਾਲੀਆਂ ਨੂੰ ਦੇਣਾ, ਕਦੇ ਇਹਨਾਂ ਵੀ ਮੱਥਾ ਟੇਕਣ ਦੀ ਕੋਸ਼ਿਸ਼ ਕੀਤੀ ਤੂੰ? ਦੇਖੋ, ਨੁਕਤਾਚੀਨੀ ਕਰਾਂਗੇ ਤੇ ਮਹਾਰਾਜੇ ਰਣਜੀਤ ਸਿੰਘ ਦੀ ਕਰਾਂਗੇ। ਆਪ ਨਾ ਦੇਹੇ ਚੁਰੂ ਭਰ ਪਾਣੀ, ਆਪ ਕਦੇ ਕਿਸੇ ਦੇ ਬੁੱਕ ਵਿੱਚ ਵੀ ਪਾਣੀ ਨਹੀਂ ਪਾਇਆ।
ਤੇ ਤੈਂ ਨਿੰਦੈ ਜੈ ਗੰਗਾ ਆਨੀ। ਤੇ ਨਿੰਦਿਆ ਜਦੋਂ ਕਰਨਗੇ ਕਹਿਣਗੇ ਜੀ ਸ਼ਿਵ ਜੀ ਦਾ ਕੀ ਹੈ ਜੀ, ਉਹ ਤੇ ਸੱਪ ਗਲ 'ਚ ਪਾਈ ਫਿਰਦਾ। ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ। ਅਵਰਨ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਜਾਨੇ। ਲੋਕਾਂ ਨੂੰ ਮਖੌਲ ਕਰਦੇ ਨੇ, ਕਹਿੰਦੇ ਆਪਣੀ ਇੱਕ ਅੱਖ ਕੋਈ ਨਹੀਂ ਹੈ। ਇਹੋ ਜਿਹੇ ਬੰਦਿਆਂ ਨੂੰ ਵੇਖ ਕੇ ਭਗਤ ਕਬੀਰ ਕਹਿੰਦੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਕਿਹੋ ਜਿਹੇ ਲੋਕ ਹੋ ਤੁਸੀਂ ਬਈ, ਕੇਵਲ ਦੂਜਿਆਂ ਦੇ ਨੁਕਸ ਕੱਢਣੇ ਸਿੱਖੇ ਨੇ ਤੁਸੀਂ। ਅੱਜ ਵੀ ਬੜੇ ਲੋਕ ਹੋਣਗੇ ਜਿਹੜੇ ਭਗਤ ਪੂਰਨ ਸਿੰਘ ਜੀ ਦੀ ਕਰਨੀ ਤੇ ਵੀ ਕਿੰਤੂ ਪਰੰਤੂ ਤੁਹਾਨੂੰ ਸੁਣਾ ਦੇਣਗੇ, ਪਰ ਉਸ ਯੁੱਗ ਪੁਰਸ਼ ਨੂੰ ਨਮਸਕਾਰ ਹੈ ਜਿਨੇ ਇਸ ਸਦੀ ਵਿੱਚ, ਜਿਹੜੀ ਸਦੀ ਬਤੀਤ ਹੋਈ ਹੈ, ਇਸ ਸਦੀ ਦੇ ਅੰਦਰ ਜਿਹੜੀ 20ਵੀਂ ਸਦੀ ਸੀ, ਉਸ ਸਦੀ ਦੇ ਵਿੱਚ ਗੁਰੂ ਨਾਨਕ ਪਿਤਾ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਮੂਰਤੀਮਾਨ ਕੀਤਾ। ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਜਿੱਥੈ ਨੀਚ ਸੰਭਾਲੀਅਣ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹ ਸੇਵਾ ਭਗਤ ਪੂਰਨ ਸਿੰਘ ਨੇ ਕੀਤੀ ਹੈ। ਮੈਂ ਤੇ ਰੋਜ਼ ਤਾਬਿਆ ਬੈਠ ਕੇ ਬੇਨਤੀ ਕਰਦਾ, ਭਗਤ ਪੂਰਨ ਸਿੰਘ ਜਿਨ੍ਹਾਂ ਦੇ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਸੇਵਾ ਦੀ ਨਨਕਾਣਾ ਸਾਹਿਬ ਤੋਂ, ਔਰ ਸੰਪੂਰਨ ਹੁੰਦੀ ਹੈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ। ਪਿਛਲੀ ਉਮਰ ਵਿੱਚ ਉਹਨਾਂ ਦਾ ਨੇਮ ਹੀ ਇਹ ਸੀ ਕਿ ਸਾਰਾ ਦਿਨ ਹਰਿਮੰਦਰ ਸਾਹਿਬ ਦੇ ਬਾਹਰ ਬੈਠੇ ਰਹਿੰਦੇ ਸਨ। ਉਸ ਆਪਣੇ ਮਤਵੰਨੇ ਪੁੱਤਰ ਨੂੰ ਨਾਲ ਲੈ ਕੇ ਭਾਈ ਪਿਆਰਾ ਸਿੰਘ ਨੂੰ, ਉਹਦੀ ਵੀ ਦਾੜੀ ਚਿੱਟੀ ਹੋ ਗਈ ਸੀ, ਉਹ ਵੀ ਬਜ਼ੁਰਗ ਹੋ ਗਿਆ ਸੀ, ਕਿਸੇ ਵੇਲੇ ਛੋਟਾ ਜਿਹਾ ਉਹਨਾਂ ਨੇ ਬੱਚਾ ਗੋਦ ਲਿਆ ਸੀ। ਪਰ ਭਗਤ ਪੂਰਨ ਸਿੰਘ ਜੀ ਰੋਜ਼ ਟਾਂਗਾ ਲੈ ਕੇ ਹਰਿਮੰਦਰ ਸਾਹਿਬ ਜਾਂਦੇ ਸੀ, ਪਰ ਟਾਂਗੇ ਤੇ ਚੜ੍ਹ ਕੇ ਨਹੀਂ ਸੀ ਜਾਂਦੇ, ਟਾਂਗੇ ਦੇ ਮਗਰ ਤੁਰ ਕੇ ਜਾਂਦੇ ਸੀ। ਪਿੰਗਲਵਾੜੇ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਘੋੜੇ ਦੀ ਲਿੱਦ, ਕਿਸੇ ਬਲਦ ਦਾ, ਕਿਉਂਕਿ ਗੱਡੇ ਚੱਲਦੇ ਸੀ, ਕਿਸੇ ਹੋਰ ਪਸ਼ੂ ਦਾ, ਕੋਈ ਗੋਬਰ, ਕੋਈ ਪੱਥਰ, ਕੋਈ ਲੀਰ, ਕੋਈ ਕਾਗਜ਼, ਕੋਈ ਕੂੜਾ, ਉਹ ਚੁੱਕ ਚੁੱਕ ਕੇ ਆਪਣੇ ਟਾਂਗੇ ਵਿੱਚ ਸੁੱਟਦੇ ਰਹਿੰਦੇ ਸੀ। ਤੇ ਮੈਂ ਰੋਜ਼ ਬੇਨਤੀ ਕਰਦਾ, ਗੁਰਸਿੱਖੋ ਕੁਝ ਤਾਂ ਸਿੱਖੋ ਭਾਈ। ਅਸੀਂ ਤੇ ਗੁਰਦੁਆਰੇ ਦੇ ਬਾਹਰ ਜਿੱਥੇ ਜਿੱਥੇ ਸਾਡਾ ਮਨ ਕਰੇ ਨਾ, ਅਸੀਂ ਚਾਹੁੰਦੇ ਵੀ ਲਿਖ ਦਿਓ ਜੋ ਮੰਗੇ ਠਾਕੁਰ ਆਪਣੇ ਤੇ। ਤੇ ਮੇਰੀ ਬੇਨਤੀ ਹੈ ਵੀ ਜਿਵੇਂ ਵਿਦਿਆ ਮੰਦਰਾਂ ਦੇ ਬਾਹਰ ਲਿਖਿਆ ਹੈ ਨਾ, ਸੇਵਾ ਲਈ ਜਾਓ, ਸਿੱਖਣ ਲਈ ਆਓ, ਇੱਥੇ ਲਿਖ ਦੇਣਾ ਚਾਹੀਦਾ, ਸਿੱਖਣ ਲਈ ਆਓ, ਸੇਵਾ ਲਈ ਜਾਓ। ਜਿਹੜੀ ਸੇਵਾ ਦੁਨੀਆ ਦੇ ਵਿੱਚ ਕਰਨੀ ਹੈ ਉਹ ਆ ਕੇ ਗੁਰਦੁਆਰੇ ਸਿੱਖ ਲਓ। ਅਸੀਂ ਤੇ ਇਸ ਤੋਂ ਵੀ ਉਲਟਾ ਕੰਮ ਕਰ ਲਿਆ। ਅਸੀਂ ਸੋਚਦੇ ਵੀ ਸੇਵਾ ਤਾਂ ਸਿਰਫ ਗੁਰਦੁਆਰੇ ਵਿੱਚ ਹੋ ਸਕਦੀ ਹੈ। ਸੇਵਾ ਗੁਰਦੁਆਰੇ ਵਿੱਚ ਹੁੰਦੀ ਹੈ, ਇਹ ਹੈ ਹੀ ਸੇਵਾ ਦਾ ਘਰ, ਪਰ ਇੱਥੋਂ ਸੇਵਾ ਸਿੱਖ ਕੇ ਤੁਸੀਂ ਆਪਣੇ ਘਰ ਜਾਣਾ ਸੀ। ਮੈਂ ਤਾਂ ਅੱਜ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਤੁਹਾਨੂੰ ਗੁਰਦੁਆਰੇ ਵਿੱਚ ਕੋਈ ਡੂਨਾ, ਪੱਤਲ, ਕਾਗਜ਼, ਕੋਈ ਚੀਜ਼ ਮਿਲੇ ਚੁੱਕ ਲਓ। ਥਾਂ ਥਾਂ ਤੇ ਡਸਟਬਿਨ ਲੱਗੇ ਨੇ, ਕੂੜਾਦਾਨ ਲੱਗੇ ਨੇ, ਪਾ ਦਿਓ, ਇਹਨੂੰ ਆਪਣੀ ਆਦਤ ਵਿੱਚ ਲੈ ਜਾਓ। ਮੈਂ ਵਿਸ਼ਵਾਸ ਨਾਲ ਕਹਿਣਾ, ਗੁਰੂ ਦੀ ਗੋਦ ਵਿੱਚ ਤੁਹਾਡੇ ਘਰ, ਤੁਹਾਡੀਆਂ ਕਲੋਨੀਆਂ, ਤੁਹਾਡੇ ਮਹੱਲੇ, ਤੁਹਾਡਾ ਮੁਲਕ ਸਾਫ਼ ਸੁਥਰਾ ਹੋ ਜਾਏਗਾ। ਕੂੜਾ ਪਾਉਣ ਦੀ ਥਾਂ ਤੇ ਕੂੜਾ ਚੁੱਕਣਾ ਸ਼ੁਰੂ ਕਰ ਦਈਏ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ, ਉਹ ਹੈ ਬਾਥਰੂਮ ਚੱਪਲ ਦੀ। ਮਾੜੀ ਜੀ ਸੰਜੀਦਗੀ ਨਾਲ ਗੱਲ ਸੁਣ ਲੈਣਾ। ਆਪਣੇ ਘਰ ਤੁਸੀਂ ਚੱਪਲ ਨਹੀਂ ਪਾਈ, ਤੁਸੀਂ ਬਾਥਰੂਮ ਚਲੇ ਗਏ, ਤੁਸੀਂ ਸੋਚ ਸਕਦੇ ਹੋ ਵੀ ਜਦੋਂ ਬਿਨਾਂ
ਚੱਪਲ ਤੋਂ ਬਾਥਰੂਮ ਵਰਤ ਕੇ ਤੁਸੀਂ ਬੈੱਡ ਤੇ ਚੜੋਗੇ, ਉਹ ਬੈੱਡ ਸ਼ੀਟ ਦੇ ਪੱਲੇ ਕੀ ਰਵੇਗਾ। ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ, ਗੁਰਦੁਆਰੇ ਦੇ ਵਿੱਚ ਖਾਸ ਕਰਕੇ ਉਹਨਾਂ ਵੀਰਾਂ ਨੂੰ ਜਿਹੜੇ ਕਹਿੰਦੇ ਸੀ ਸਫਾਈ ਕਰਨੀ ਹੈ, ਬਾਹਰ ਚਰਨ ਗੰਗਾ ਬਣਾਈਆਂ ਨੇ, ਘੜੀ ਘੜੀ ਧੋਈ ਜਾਂਦੇ ਆ, ਪਾਣੀ ਭਰੀ ਜਾਂਦੇ ਆ। ਮੈਂ ਕਹਿੰਦਾ ਇਹਦੇ ਨਾਲੋਂ ਜਿਹੜੇ ਬਾਥਰੂਮ ਬਣੇ ਨੇ ਨਾ, ਉਹਨਾਂ ਦੇ ਬਾਹਰ ਖੜੇ ਹੋਣਾ ਸ਼ੁਰੂ ਕਰ ਦਿਓ। ਜਿਹੜਾ ਅੰਦਰ ਜਾਵੇ ਉਹਨੂੰ ਕਹੋ ਵੀਰ ਜੀ ਚੱਪਲ ਪਾ ਲਓ। ਇੱਕ ਬੰਦਾ ਵਿਦਆਊਟ ਚੱਪਲ ਜੇ ਟਾਇਲਟ ਯੂਜ਼ ਕਰਕੇ ਆ ਜਾਏ, ਦੱਸੋ ਤੁਹਾਡੇ ਪੋਚੇ ਦੇ ਪੱਲੇ ਕੀ ਰਵੇਗਾ। ਅਸ ਤਾਂ ਹੱਥ ਜੋੜਦੇ ਵੀ ਘਰ ਦੀ ਵੀਲ ਚੇਅਰ ਵੀ ਨਾ ਲੈ ਕੇ ਆਓ। ਘਰ ਦੀ ਵੀਲ ਚੇਅਰ ਆਪਣੀ ਗੱਡੀ ਤੱਕ ਰੱਖੋ, ਗੁਰਦੁਆਰੇ ਦੀ ਵੀਲ ਚੇਅਰ ਯੂਜ਼ ਕਰੋ। ਪਤਾ ਨਹੀਂ ਵੀਲ ਚੇਅਰ ਦੇ ਵੀਲ ਕਿੱਥੋਂ ਤੱਕ ਘੁੰਮ ਕੇ ਆਉਂਦੇ ਨੇ। ਸਫਾਈ ਕਰਨੀ ਤੇ ਪੋਚੇ ਨਾਲ, ਝਾੜੂ ਨਾਲ ਨਹੀਂ ਹੋਣੀ। ਇਹ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ ਕੇ ਬੁੱਝੀਐ, ਅਕਲੀ ਕੀਚੇ ਦਾਨ। ਸਤਿਗੁਰੂ ਤੋਂ ਸਮੱਤ ਲਈਏ ਜਿਹੜੀ ਭਗਤ ਪੂਰਨ ਸਿੰਘ ਨੇ ਲਈ ਸੀ। ਸੇਵਾ ਕਰਨ ਵਾਸਤੇ ਭਗਤ ਪੂਰਨ ਸਿੰਘ ਨੂੰ ਗੁਰੂ ਨਾਨਕ ਨੇ ਉਦਮ ਬਖਸ਼ਿਆ, ਸ਼ਕਤੀ ਬਖਸ਼ੀ, ਔਰ ਸਭ ਤੋਂ ਵੱਡੀ ਗੱਲ ਕਿ ਐਸੀ ਸਿੱਖੀ ਦੀ ਨਿਸ਼ਠਾ ਬਖਸ਼ੀ ਕਿ ਜੇ ਸਿੱਖੀ ਦੇ ਸਿਧਾਂਤਾਂ ਨੂੰ ਆਂਚ ਆਈ, ਗੁਰੂ ਦੇ ਘਰ ਦੇ ਪ੍ਰਤੀ ਕਦੇ ਲੋੜ ਪਈ ਤਾਂ ਉਹਨਾਂ ਨੇ ਸਰਕਾਰ ਦੇ ਮਾਣ ਸਨਮਾਨ ਵਾਪਸ ਕਰ ਦਿੱਤੇ। ਅੱਜ ਕਈ ਮੇਰੇ ਵਰਗੇ ਤੜਫਦੇ ਰਹਿੰਦੇ ਨੇ ਵੀ ਕਿਤੇ ਕੋਈ ਮੰਤਰੀ ਚਾਹ ਹੀ ਪਿਆ ਦੇ ਬਿਸਕੁਟਾਂ ਨਾਲ, ਪਰ ਭਗਤ ਪੂਰਨ ਸਿੰਘ ਉਹ ਸੀ ਜਿਹਨੂੰ ਭਲੇ ਸਮੇਂ ਦਿੱਤਾ ਸਨਮਾਨ ਉਹਨਾਂ ਨੇ ਵਾਪਸ ਕਰ ਦਿੱਤਾ। ਸ਼ਾਇਦ ਉਹ ਨਾ ਕੀਤਾ ਹੁੰਦਾ ਤੇ ਅੱਜ ਉਸ ਤੋਂ ਬਾਅਦ ਸਨਮਾਨਾਂ ਦੀ ਲਾਈਨ ਲੱਗ ਜਾਂਦੀ, ਪਰ ਉਸ ਤੋਂ ਬਾਅਦ ਕਦੇ ਸਰਕਾਰ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ, ਕਿਉਂਕਿ ਉਹਨਾਂ ਦਾ ਕਸੂਰ ਹੀ ਇਹ ਹੈ ਕਿ ਉਹ ਸਿੱਖ ਪਹਿਲਾਂ ਸਨ, ਬਾਕੀ ਸਭ ਕੁਝ ਬਾਅਦ ਵਿੱਚ ਸੀ। ਔਰ ਉਹਨਾਂ ਨੇ ਗੁਰੂ ਨਾਨਕ ਦੀ ਬਾਣੀ ਤੋਂ ਉਪਦੇਸ਼ ਲਿਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਰਾਲੀ। ਗੁਰੂ ਦੇ ਦੱਸੇ ਰਸਤੇ ਤੇ ਤੁਰਦਿਆਂ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਅੱਜ ਉਹਨਾਂ ਦੀ ਸੰਸਥਾ ਪਿੰਗਲਵਾੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਵੀ ਨਿਰੰਤਰ ਉਸ ਸੇਵਾ ਦੇ ਵਿੱਚ ਲੱਗੀ ਹੋਈ ਹੈ। ਬਹੁਤ ਹੀ ਸਤਿਕਾਰਯੋਗ ਬੀਬੀ ਇੰਦਰਜੀਤ ਕੌਰ ਜੀ ਮੇਰੇ ਵੱਡੇ ਭੈਣ ਜੀ ਨੇ, ਉਹ ਇਹ ਸੇਵਾਵਾਂ ਨਿਭਾ ਰਹੇ ਨੇ। ਆਪ ਜੀ ਯਤਨ ਕਰੋ ਕਿ ਜਿਹੜਾ ਦਸਵੰਧ ਕੱਢਦੇ ਹੋ ਉਹਦੇ ਵਿੱਚੋਂ ਕੁਝ % ਜ਼ਰੂਰ ਇਸ ਸੰਸਥਾ ਨੂੰ ਭੇਜੋ, ਤਾਂ ਕਿ ਮਨੁੱਖਤਾ ਦੀ, ਮਾਨਵਤਾ ਦੀ, ਖਾਸ ਕਰਕੇ ਉਹ ਬੱਚੇ ਜਿਨ੍ਹਾਂ ਨੂੰ ਸ਼ਾਇਦ ਜਨਮ ਦੇਣ ਵਾਲੀ ਮਾਂ ਵੀ ਸੰਭਾਲਣ ਤੋਂ ਕਈ ਵਾਰੀ ਆਪਣਾ ਮਨ ਕਤਰਾਉਂਦੀ ਹੈ, ਪਰ ਉਸ ਸੰਸਥਾ ਦੇ ਵਿੱਚ ਉਹਨਾਂ ਬੱਚਿਆਂ ਨੂੰ ਗਲੇ ਨਾਲ ਲਾਇਆ ਜਾਂਦਾ ਹੈ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ। ਵੀਰ ਦਵਿੰਦਰ ਸਿੰਘ ਜੀ ਹੋਰਾਂ ਦਾ ਮੈਂ ਧੰਨਵਾਦੀ ਹਾਂ, ਜਿਨ੍ਹਾਂ ਨੇ ਕਈ ਸਾਲਾਂ ਤੋਂ ਇਹ ਉਦਮ ਸ਼ੁਰੂ ਕੀਤਾ ਹੋਇਆ ਹੈ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨ ਨਾਲ ਕਿ ਦਿੱਲੀ ਦੇ ਵਿੱਚ ਭਗਤ ਜੀ ਦੀ ਇਹ ਮਿੱਠੀ ਯਾਦ ਮਨਾਈ ਜਾਵੇ, ਸੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੇਵਾਦਾਰ ਵੀ ਇਸ ਗੱਲ ਦੇ ਲਈ ਧੰਨਵਾਦ ਦੇ ਪਾਤਰ ਹਨ, ਕਿਉਂਕਿ ਭਗਤ ਪੂਰਨ ਸਿੰਘ ਕੌਮ ਦੇ ਸਨ, ਪੰਥ ਦੇ ਸਨ। ਉਹ ਕਿਸੇ ਦੇ ਨਿੱਜੀ ਨਹੀਂ ਸਨ। ਉਹਨਾਂ ਨੇ ਕੋਈ ਆਪਣਾ ਡੇਰਾ ਨਹੀਂ ਬਣਾਇਆ, ਉਹਨਾਂ ਨੇ ਕੋਈ ਆਪਣੀ ਸ਼ਖਸੀ ਪੂਜਾ ਨਹੀਂ ਕਰਾਈ, ਉਹਨਾਂ ਨੇ ਆਪਣੇ ਨਾਂ ਨਾਲ ਕੋਈ ਡਿਗਰੀਆਂ, ਕੋਈ ਵਿਸ਼ੇਸ਼ਣ ਨਹੀਂ ਲਾਇਆ। ਭਗਤ ਵੀ ਸੰਸਾਰ ਨੇ ਉਹਨਾਂ ਨੂੰ ਆਖਿਆ, ਉਹ ਆਪਣੇ ਨਾਂ ਦੇ ਨਾਲ ਆਪ ਨਹੀਂ ਸੀ ਲਾਉਂਦੇ ਹੁੰਦੇ। ਉਹ ਬੋਲਦੇ ਤੇ ਹੀ ਹੁੰਦੇ ਸੀ, ਕਹਿੰਦੇ ਸੀ ਮੈਂ ਤੇ ਪੂਰਨ ਸਿੰਘ ਆ। ਜਿਵੇਂ ਬਾਬਾ ਹਰਬੰਸ ਸਿੰਘ ਜੀ ਸਨ ਨਾ, ਮੈਂ ਖੁਦ ਆਪ ਗੁਰਦੁਆਰਾ ਸੀਸਕੰਡ ਸਾਹਿਬ 1 ਨੰਬਰ ਕਮਰੇ ਵਿੱਚ ਲੈਂਡਲਾਈਨ ਫੋਨ ਹੈ ਤੇ ਸੁਨੇਹਾ ਆਇਆ ਹੈ ਕਿ ਬਾਬਾ ਜੀ ਤੁਹਾਡੇ ਨਾਲ ਟੌੜਾ ਸਾਹਿਬ ਗੱਲ ਕਰਨਾ ਚਾਹੁੰਦੇ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਬਾਬਾ ਜੀ ਆ ਗਏ, 6 ਨੰਬਰ ਕਮਰੇ 'ਚੋਂ ਬੈਠਦੇ ਸਨ। 1 ਨੰਬਰ ਕਮਰੇ 'ਚ ਆ ਗਏ, ਮੈਂ ਕੁਦਰਤੀ ਉੱਥੇ ਖੜਾ ਸੀ ਤੇ ਜਦੋਂ ਫੋਨ ਚੁੱਕਿਆ ਤਾਂ ਜਿਹੜਾ ਉਧਰੋਂ ਬੋਲਦਾ ਹੋਏਗਾ ਉਹਨੇ ਪੁੱਛਿਆ ਵੀ ਕੌਣ ਹੈ,
ਤੇ ਮੈਂ ਆਪਣੇ ਕੰਨਾਂ ਨਾਲ ਇਹ ਗੱਲ ਸੁਣੀ ਹੈ, ਕਹਿੰਦੇ ਮੈਂ ਹਰਬੰਸ ਸਿੰਘ। ਤੇ ਫਿਰ ਉਹਨੇ ਕਿਹਾ ਹੋਣਾ ਜੀ ਟੌੜਾ ਸਾਹਿਬ ਨਾਲ ਗੱਲ ਕਰ ਲਓ। ਭਗਤ ਪੂਰਨ ਸਿੰਘ ਆਪਣੇ ਆਪ ਨੂੰ ਭਗਤ ਨਹੀਂ ਸੀ ਕਹਿੰਦੇ। ਐਸੀ ਪਵਿੱਤਰ ਆਤਮਾ ਨੂੰ ਅਸੀਂ ਜਿੰਨੀ ਸ਼ਰਧਾ ਜਿੰਨਾ ਸਤਿਕਾਰ ਭੇਟਾ ਕਰੀਏ ਇਹ ਓਨਾ ਹੀ ਥੋੜ੍ਹਾ ਹੈ। ਉਹ ਸਾਡੀ ਕੌਮ ਦੇ ਹੀਰੇ ਸਨ। ਉਹਨਾਂ ਦੀ ਸੰਸਥਾ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਰਵੇ। ਇਹ ਕੌਮ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਦੇ ਵਿੱਚ ਆਪਣੀ ਸੇਵਾ ਜ਼ਰੂਰ ਪਾਈਏ। ਮੈਂ ਧੰਨਵਾਦੀ ਹਾਂ ਆਪਣੇ ਵੱਡੇ ਵੀਰ ਸਰਦਾਰ ਜਤਿੰਦਰਪਾਲ ਸਿੰਘ ਗੋਲਡੀ ਜੀ ਦਾ, ਜਿਹੜੇ ਸਟੇਜ ਦੀ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਸਮਾਂ ਵੰਡ ਕਰਦਿਆਂ ਜੋ ਸਮਾਂ ਮੈਨੂੰ ਦਿੱਤਾ ਸੀ ਉਹ ਸਮਾਂ ਸਮਾਪਤ ਹੈ। ਬਹੁਤ ਮਹਾਨ ਗੁਰੂ ਕੇ ਕੀਰਤਨੀਏ ਹਾਜ਼ਰੀ ਭਰ ਕੇ ਗਏ ਹਨ। ਖਾਸ ਕਰਕੇ ਵੀਰ ਜੀ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਹੁਣ ਸ਼੍ਰੀ ਹਰਮੰਦਰ ਸਾਹਿਬ ਦੇ ਹਜੂਰੀ ਕੀਰਤਨੀਏ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਭਾਈ ਰਾਏ ਸਿੰਘ ਜੀ ਆਏ ਨੇ। ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ। ਸਮਾਂ ਵੰਡ ਤਾਂ ਵੀਰ ਜੀ ਗੋਲਡੀ ਸਾਹਿਬ ਕਰਨਗੇ, ਕੁਝ ਸਮਾਂ ਉਹਨਾਂ ਨੇ ਆਪ ਜੀ ਨਾਲ ਸਾਂਝ ਵੀ ਕਰਨੀ ਹੈ। ਸੋ ਪਿੰਡ ਬਲੋਚੀ ਪਰਿਵਾਰ ਸਰਦਾਰ ਜਸਪਾਲ ਸਿੰਘ ਜੀ ਚੱਡਾ, ਜੋ ਇਸ ਸੰਸਥਾ ਦੇ ਵੱਡੇ ਇੱਕ ਸੇਵਾਦਾਰ ਨੇ ਔਰ ਦਿੱਲੀ ਔਰ NCR ਦੇ ਵਿੱਚ ਮੈਂ ਸਮਝਦਾ ਕਿ ਪਿੰਗਲਵਾੜੇ ਦਾ ਇੱਕ ਥੰਮ ਨੇ। ਅੱਜ ਉਹਨਾਂ ਦਾ ਸਨਮਾਨ ਵੀ ਕੀਤਾ ਜਾਣਾ ਹੈ, ਉਹ ਵੀ ਆਏ ਨੇ। ਬਾਕੀ ਆਪ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਭਾਈ ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ